ਹੈਲੋ ਦੋਸਤੋ, ਇਹ ਵੀਡੀਓ ਮੈਂ ਬਣਾ ਰਿਹਾ ਜਿਹੜੀ ਉਹ ਮਾਂ ਬੋਲੀ ਪੰਜਾਬੀ ਵਿੱਚ ਬਣਾ ਰਿਹਾ। ਜਿਹੜੀ ਆਪਾਂ ਨੂੰ ਇਹ ਟ੍ਰੇਨਿੰਗ ਕੋਵਿਡ-19 ਬਾਰੇ ਦੀਕਸ਼ਾ ਐਪ ਉੱਤੇ ਮਿਲ ਰਹੀ ਹੈ, ਇਹ ਮੈਂ ਉਹ ਟ੍ਰੇਨਿੰਗ ਨੂੰ ਪੰਜਾਬੀ ਵਿੱਚ ਸਮਝਣ ਦੀ ਅਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਜੋ ਆਪਾਂ ਸਾਰੇ ਮਿਲ ਕੇ ਆਪਣੇ ਵਿਦਿਆਰਥੀਆਂ ਨੂੰ ਇਹ ਜਿਹੜੀ ਟ੍ਰੇਨਿੰਗ ਹੈ ਇਹ ਸਮਝਾ ਸਕੀਏ। ਪਹਿਲਾਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਕੁਛ ਨਹੀਂ ਹੈਗਾ ਟ੍ਰੇਨਿੰਗ ਦੇ ਵਿੱਚ, ਵੀ ਉਹੀ ਗੱਲਾਂ ਨੇ ਜਿਹੜੀਆਂ ਮੈਨੂੰ 3 ਮਹੀਨੇ ਦੀਆਂ 4 ਮਹੀਨੇ ਦੀਆਂ ਸਾਰੀਆਂ ਪਤਾ ਹੀ ਨੇ, ਵਟਸਐਪ 'ਤੇ ਆਈ ਜਾਂਦੀਆਂ ਨੇ। ਪਰ ਦੋਸਤੋ, ਮੈਂ ਇਸ ਉੱਤੇ ਥੋੜ੍ਹਾ ਜਿਹਾ ਵਿਜ਼ਿਟ ਕੀਤਾ, ਥੋੜ੍ਹਾ ਜਿਹਾ ਇਹ ਟ੍ਰੇਨਿੰਗ ਦੇ ਕੁਛ ਮੋਡਿਊਲ ਦੇਖੇ ਤਾਂ ਮੈਨੂੰ ਲੱਗਿਆ ਵੀ ਬਹੁਤ ਕੁਛ ਇਹੋ ਜਿਹਾ ਸੀਗਾ ਜਿਹੜਾ ਮੈਂ ਇਗਨੋਰ ਕਰੀ ਜਾਂਦਾ ਸੀਗਾ, ਜਾਂ ਮੈਂ ਇਹ ਸੋਚੀ ਜਾਂਦਾ ਸੀ ਵੀ ਮੈਨੂੰ ਤਾਂ ਆਹ ਆਉਂਦਾ ਹੀ ਹੈ, ਮੈਨੂੰ ਤਾਂ ਇਹ ਆਉਂਦਾ ਹੀ ਹੈ। ਤਾਂ ਉਮੀਦ ਕਰਦਾ ਤੁਸੀਂ ਵੀ ਇਸ ਟ੍ਰੇਨਿੰਗ ਦਾ ਹਿੱਸਾ ਬਣੋਗੇ ਅਤੇ ਆਪਣੇ ਨਾਲ ਦਿਆਂ ਨੂੰ ਇਸ ਮਾਂ ਬੋਲੀ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋਗੇ, ਦਿਖਾਉਣ ਦੀ ਕੋਸ਼ਿਸ਼ ਕਰੋਗੇ। ਅਤੇ ਉਮੀਦ ਕਰਦਾ, ਵੈਸੇ ਤਾਂ ਮੈਨੂੰ ਪਤਾ ਹੈ ਬਹੁਤ ਸਾਰੇ ਵੀਰ ਮੇਥੋਂ ਭੈਣਾਂ ਮੇਥੋਂ ਇੰਟੈਲੀਜੈਂਟ ਨੇ, ਪਰ ਉਮੀਦ ਕਰਦਾ ਵੀ ਕੁਝ ਨਾ ਕੁਝ ਇਸ ਵੀਡੀਓ ਤੋਂ ਸਭ ਨੂੰ ਸਿੱਖਣ ਨੂੰ ਜ਼ਰੂਰ ਮਿਲੇਗਾ। ਤਾਂ ਵੀਡੀਓ ਦੀ ਸ਼ੁਰੂਆਤ ਮੈਂ ਉੱਥੋਂ ਹੀ ਕਰ ਰਿਹਾ ਜਿੱਥੋਂ ਆਪਾਂ ਟ੍ਰੇਨਿੰਗ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕੋਵਿਡ-19 ਹੈ। ਇਹਦਾ ਜਿਹੜਾ ਸਭ ਤੋਂ ਪਹਿਲਾ ਪੇਜ ਨਿਕਲਦਾ ਹੈ ਉਹ ਆਪਣੇ ਕੋਲੋਂ ਇਹ ਹੈ। ਇਹਦੇ ਵਿੱਚ ਇਹ 10 ਪੇਜ ਨੇ। ਆਓ ਫਟਾਫਟ ਆਪਾਂ ਇਹਨਾਂ ਦੀ ਰੀਡਿੰਗ ਲਈਏ ਵੀ ਇਸ ਦੇ ਵਿੱਚ ਆਪਾਂ ਨੂੰ ਕੀ ਦੱਸਿਆ ਗਿਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਪੇਜਾਂ ਦੇ ਵਿੱਚ ਕੋਵਿਡ-19 ਐਂਡ ਪ੍ਰੀਕਾਸ਼ਨਰੀ ਮੈਜ਼ਰ ਬਾਰੇ ਲਿਖਿਆ ਹੈ, ਯਾਨੀ ਕਿ ਜਿਹੜੀਆਂ ਸਾਵਧਾਨੀਆਂ ਆਪਾਂ ਇਸ ਵਿੱਚ ਵਰਤਣੀਆਂ ਨੇ ਉਸ ਬਾਰੇ ਲਿਖਿਆ ਹੋਇਆ ਹੈ। ਦੇਖੋ, ਸਭ ਤੋਂ ਪਹਿਲਾਂ ਕੀ ਲਿਖਿਆ ਹੈ, ਡਿਸਪਲ ਦਾ ਮਿਥ ਆਫ ਕਰੋਨਾ ਸਕੇਅਰ। ਹੁਣ ਡਿਸਪਲ ਕੀ ਹੁੰਦਾ ਹੈ? ਡਿਸਪਲ ਦਾ ਮਤਲਬ ਹੁੰਦਾ ਹੈ ਦੂਰ ਕਰਨਾ। ਠੀਕ ਹੈ ਜੀ, ਡਿਸਪਲ ਦਾ ਮਤਲਬ ਹੁੰਦਾ ਹੈ ਦੂਰ ਕਰਨਾ। ਦੂਰ ਕਰਨਾ ਕਿਸ ਨੂੰ ਦੂਰ ਕਰਨਾ? ਦਾ ਮਿਥ। ਮਿਥ ਕੀ ਹੁੰਦਾ ਜੀ? ਮਿਥ ਹੁੰਦਾ ਹੈ ਝੂਠ। ਜਿਹੜਾ ਝੂਠ ਹੈਗਾ ਕਿਸ ਪ੍ਰਤੀ? ਜਿਹੜਾ ਕਰੋਨਾ ਦਾ ਸਕੇਅਰ ਯਾਨੀ ਕਿ ਡਰ, ਜਿਹੜਾ ਕਰੋਨਾ ਦਾ ਡਰ ਫੈਲਾ ਰੱਖਿਆ ਹੈ। ਠੀਕ ਹੈ ਜੀ, ਉਹ ਜਿਹੜਾ ਡਰ ਫੈਲਾ ਰੱਖਿਆ ਹੈ ਜਾਂ ਜਿਹੜਾ ਝੂਠ ਉਹਦੇ ਨਾਲ ਜੁੜਿਆ ਹੋਇਆ ਹੈ, ਆਪਾਂ ਉਹਨੂੰ ਕੀ ਕਰਨਾ ਹੈ ਜੀ? ਉਹਨੂੰ ਡਿਸਪਲ ਕਰਨਾ ਹੈ, ਉਹਨੂੰ ਦੂਰ ਕਰਨਾ ਹੈ। ਠੀਕ ਹੈ ਜੀ ਗੱਲ। ਅੱਗੇ ਦੂਜਾ ਕੀ ਲਿਖਿਆ ਜੀ ਇਹਨਾਂ ਨੇ? ਇੰਬਾਈਬਲ ਕਰੈਕਟ ਨੌਲੇਜ। ਇੰਬਾਈਬਲ ਕੀ ਹੁੰਦਾ ਜੀ? ਇੰਬਾਈਬਲ ਹੁੰਦਾ ਜੀ, ਠੀਕ ਹੈ ਨਾ, ਗ੍ਰਹਿਣ ਕਰਨਾ, ਪ੍ਰਾਪਤ ਕਰਨਾ। ਤਾਂ ਕਰੈਕਟ ਨੌਲੇਜ, ਇਸ ਬਾਰੇ ਆਪਾਂ ਨੇ ਕਰੈਕਟ ਨੌਲੇਜ ਹੈ ਜਿਹੜੀ ਉਹ ਪ੍ਰਾਪਤ ਕਰਨੀ ਹੈ। ਐਂਡ ਬਿਕਮ ਅਵੇਅਰ, ਅਤੇ ਜਾਗਰੂਕ ਹੋਣਾ ਹੈ। ਫੋਲੋ ਕਫ ਐਟੀਕਿਊਡਸ। ਤਾਂ ਐਟੀਕਿਊਡਸ ਕੀ ਹੁੰਦਾ ਜੀ? ਠੀਕ ਹੈ ਨਾ, ਐਟੀਕਿਊਡਸ ਹੁੰਦਾ ਜੀ ਸ਼ਿਸ਼ਟਾਚਾਰ, ਸੱਭਿਅਤਾ, ਯਾਨੀ ਕਿ ਆਦਰਸ਼, ਯਾਨੀ ਕਿ ਜਿਹੜੇ ਕਫ ਦੇ ਨਾਲ, ਖੰਘ ਨਾਲ, ਹੈਂਡ ਹਾਈਜਨ, ਹੱਥਾਂ ਦੀ ਸਫਾਈ ਦੇ ਨਾਲ, ਜਾਂ ਪਰਸਨਲ ਸਾਫ ਸਫਾਈ ਦੇ ਨਾਲ, ਪਰਸਨਲ ਕੇਅਰ ਦੇ ਨਾਲ ਜਿਹੜੇ ਸ਼ਿਸ਼ਟਾਚਾਰ ਜੁੜੇ ਹੋਏ ਨੇ, ਜਾਂ ਜਿਹੜੀਆਂ ਗੱਲਾਂ, ਚੰਗੀਆਂ ਗੱਲਾਂ ਜੁੜੀਆਂ ਹੋਈਆਂ ਨੇ, ਉਹ ਆਪਾਂ ਕੀ ਕਰਨੀਆਂ ਨੇ ਜੀ? ਫੋਲੋ ਕਰਨੀਆਂ ਨੇ, ਸਿੱਖਣੀਆਂ ਨੇ। ਸਪਰੈਡ ਏ ਵਰਡ ਆਫ ਪ੍ਰੀਕੋਸ਼ਨ ਥਰੂ ਯੂਅਰ ਸ਼ੇਅਰ। ਤੁਹਾਡੇ ਇੱਕ ਸ਼ੇਅਰ ਦੇ ਨਾਲ ਹੁਣ ਜਿਹੜੀਆਂ ਸਾਵਧਾਨੀਆਂ ਨੇ ਉਹ ਕੀ ਹੋਣਗੀਆਂ ਜੀ? ਦੂਜਿਆਂ ਤੱਕ ਪਹੁੰਚਣਗੀਆਂ। ਠੀਕ ਹੈ ਜੀ, ਇਹਦੇ ਵਿੱਚ ਇਹ ਲਿਖਿਆ ਹੈਗਾ। ਹੁਣ ਚੱਲ ਜਾਏ ਜੀ ਦੂਸਰੇ ਤੇ। ਦੂਸਰੇ ਤੇ ਕੀ ਲਿਖਿਆ ਹੈ? ਵਾਟ ਵਿਲ ਆਈ ਲਰਨ। ਇਸ ਪੂਰੇ ਪ੍ਰੋਜੈਕਟ ਤੋਂ ਮੈਂ ਕੀ ਸਿੱਖਾਂਗਾ? ਤਾਂ ਦੇਖੋ ਜੀ, ਆਪਾਂ ਪੂਰੇ ਪ੍ਰੋਜੈਕਟ ਤੋਂ ਕੀ ਸਿੱਖਾਂਗੇ? ਪਹਿਲਾ ਹੈ ਵਾਟ ਇਜ਼ ਕੋਵਿਡ ਐਂਡ ਹਾਊ ਡਜ਼ ਇਟ ਟਰਾਂਸਮਿਟ। ਵੀ ਕੋਵਿਡ ਕੀ ਹੈ ਅਤੇ ਇਹ ਕਿਵੇਂ ਫੈਲਦਾ ਹੈ, ਆਪਾਂ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਇਹ ਸਿੱਖਾਂਗੇ। ਦੂਜਾ ਹੈ ਜੀ ਕੋਵਿਡ-19 ਪ੍ਰੀਕੋਸ਼ਨ ਐਂਡ ਸਿੰਪਟਮ। ਸਾਵਧਾਨੀਆਂ ਕੀ ਨੇ ਅਤੇ ਇਸ ਦੇ ਚਿੰਨ੍ਹ ਕੀ ਨੇ, ਆਪਾਂ ਇਸ ਪ੍ਰੋਜੈਕਟ ਦੇ ਵਿੱਚ ਇਹ ਵੀ ਸਿੱਖਾਂਗੇ। ਤੀਸਰਾ ਹੈ ਜੀ ਵਾਟ ਸ਼ੁੱਡ ਯੂ ਡੂ ਇਫ ਯੂ ਥਿੰਕ ਯੂ ਆਰ ਇਨਫੈਕਟਡ। ਜੇਕਰ ਤੁਸੀਂ ਇਨਫੈਕਟ ਹੋ ਗਏ, ਤੁਸੀਂ ਬਿਮਾਰ ਹੋ ਗਏ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਸ ਪ੍ਰੋਜੈਕਟ ਦੇ ਵਿੱਚ ਆਪਾਂ ਇਹ ਵੀ ਸਿੱਖਾਂਗੇ। ਆਰ ਦੇਅਰ ਐਨੀ ਟ੍ਰੀਟਮੈਂਟ ਅਵੇਲੇਬਲ। ਕੀ ਇਸ ਦਾ ਕੋਈ ਇਲਾਜ ਹੈ? ਇਹ ਵੀ ਆਪਾਂ ਇਸ ਵਿੱਚ ਸਿੱਖਾਂਗੇ। ਵਾਟ ਪ੍ਰੀਵੈਂਟਿਵ ਮੈਜ਼ਰਸ ਸ਼ੁੱਡ ਯੂ ਟੇਕ। ਕੀ ਤੁਹਾਨੂੰ ਸਾਵਧਾਨੀਆਂ ਜਾਂ ਵਰਤਣੀਆਂ ਚਾਹੀਦੀਆਂ ਨੇ, ਉਹ ਆਪਾਂ ਇਸ ਵਿੱਚ ਸਿੱਖਾਂਗੇ। ਟਿਪ ਫॉर ਯੂਜ਼ਿੰਗ ਏ ਮਾਸਕ ਐਂਡ ਸੈਨੀਟਾਈਜ਼ਰ। ਠੀਕ ਹੈ ਜੀ, ਮਾਸਕ ਅਤੇ ਸੈਨੀਟਾਈਜ਼ਰ ਨੂੰ ਆਪਾਂ ਯੂਜ਼ ਕਿਵੇਂ ਕਰਨਾ ਹੈ, ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ, ਇਸ ਪ੍ਰੋਜੈਕਟ ਦੇ ਵਿੱਚ ਸਿੱਖਾਂਗੇ। ਠੀਕ ਹੈ ਦੋਸਤੋ, ਇਹ ਦੱਸ ਦੇਣਾ ਚਾਹੁੰਦਾ ਇੱਥੇ ਵੀ ਮੈਂ ਸਿਰਫ ਇੱਕ ਗ੍ਰੈਜੂਏਟ
है ना ਸਾਇੰਸ ਦਾ ਸਟੂਡੈਂਟ ਆ ਤੇ ਮੈਂ ਸਿਰਫ ਉਸ ਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਆਪਦੇ ਵੱਲੋਂ ਕੋਈ ਵੀ ਇਹਦੇ ਵਿੱਚ ਐਡ ਇਨਫੋਰਮੇਸ਼ਨ ਐਡ ਨਹੀਂ ਕਰ ਰਿਹਾ ਤਾਂ ਜੋ ਵੀ ਇਹ ਨਾ ਹੋਵੇ ਵੀ ਮੈਂ ਕੁਝ ਦੱਸ ਰਿਹਾ ਵੀ ਮੈਂ ਤੁਹਾਨੂੰ ਕੁਝ ਗਲਤ ਦੱਸ ਜਾ। ਮੈਂ ਸਿਰਫ ਇੱਕ ਜੋ ਮੋਡਿਊਲ ਬਣਿਆ ਹੋਇਆ ਆਪਣੇ ਕੋਲੇ ਉਸੇ ਨੂੰ ਮੈਂ ਤੁਹਾਡੇ ਕੋਲੇ ਪੰਜਾਬੀ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ। ਤੀਜੇ ਪੇਜ ਤੇ ਚੱਲਦੇ ਹਾਂ ਜੀ। ਤੀਜਾ ਪੇਜ ਆਪਾਂ ਨੂੰ ਕੀ ਕਹਿੰਦਾ ਹੈ? ਤੀਜਾ ਪੇਜ ਕਹਿੰਦਾ ਜੀ ਵਾਟ ਇਜ਼ ਕੋਵਿਡ-19। ਹੁਣ ਦੇਖੋ ਜੀ ਬਹੁਤਾਂ ਨੂੰ ਸਭ ਨੂੰ ਪਤਾ ਹੋਊਗਾ ਪਰ ਕੋਵਿਡ-19 ਇਜ਼ ਐਨ ਇਨਫੈਕਸ਼ੀਅਸ ਡਿਸੀਜ਼ਸ caused by a new recently discovered novel coronavirus। ठीक है जी, ਇਹ ਇੱਕ ਬਿਮਾਰੀ ਹੈ ਜਿਹੜੀ ਨਵੇਂ ਖੋਜੇ ਗਏ ਕੋਰੋਨਾ ਵਾਇਰਸ ਰਾਹੀਂ ਹੋ ਰਹੀ ਹੈ। This is a new and the diseases were unknown before outbreak began in Wuhan, China in December 2019। ਇੱਕ ਨਵਾਂ ਵਾਇਰਸ ਹੈ ਅਤੇ ਚੀਨ ਦੇ ਸ਼ਹਿਰ ਵੁਹਾਨ ਦੇ ਵਿੱਚੋਂ ਇਹ ਆਊਟਬ੍ਰੇਕ ਹੋਇਆ ਅਤੇ ਦਸੰਬਰ 2019 ਦੇ ਵਿੱਚ ਇਹ ਉੱਥੋਂ ਆਊਟਬ੍ਰੇਕ ਹੋਇਆ। ਇਸ ਤੋਂ ਪਹਿਲਾਂ ਕਿਸੇ ਨੂੰ ਇਹਦੇ ਬਾਰੇ ਨਹੀਂ ਪਤਾ ਸੀ। ਦੈਟ ਇਜ਼ ਵਾਈ ਇਟ ਇਜ਼ ਕਾਲਡ ਨੋਵਲ ਕਰੋਨਾ ਵਾਇਰਸ। ਇਹ ਨਵਾਂ ਹੈ ਤਾਂ ਕਰਕੇ ਨੋਵਲ ਸ਼ਬਦ ਦਾ ਅਰਥ ਹੈ, ਠੀਕ ਹੈ ਨਾ, ਨੋਵਲ ਸ਼ਬਦ ਦਾ ਅਰਥ ਹੈ ਜੀ ਨਿਊ, ਤਾਂ ਕਰਕੇ ਇਹਨੂੰ ਨੋਵਲ ਕਰੋਨਾ ਵਾਇਰਸ ਕਿਹਾ ਜਾਂਦਾ ਹੈ। ਇਹ 2019 ਚ ਮਿਲਿਆ ਤਾਂ ਕਰਕੇ ਇਹਨੂੰ ਕੋਵਿਡ-19 ਹੈ ਜਿਹੜਾ ਉਹ ਨਾਮ ਦਿੱਤਾ ਗਿਆ ਜੀ, ਠੀਕ ਹੈ ਨਾ। ਹਾਊ ਡਜ਼ ਇਟ ਟ੍ਰਾਂਸਮਿਟ, ਇਹ ਕਿਵੇਂ ਫੈਲਦਾ ਹੈ, ਠੀਕ ਹੈ। ਦੇਖੋ ਜੀ ਨੰਬਰ 1, ਵੈਨ ਏ ਪਰਸਨ ਸਫਰਿੰਗ ਫਰੋਮ ਦਾ ਡਿਸੀਜ਼ਸ ਸਨੀਜ਼ ਔਰ ਕਫ। ਜਦੋਂ ਕਿਸੇ ਪਰਸਨ ਨੂੰ ਸਨੀਜ਼ ਯਾਨੀ ਕਿ ਜ਼ੁਕਾਮ ਵਗੈਰਾ, ਕਫ ਯਾਨੀ ਕਿ ਖੰਘ ਹੋਵੇ, ਅ ਲੋਟ ਆਫ ਡ੍ਰੌਪਲੇਟ ਸਪਰੈਡ ਇਨ ਏਅਰ, ਠੀਕ ਹੈ, ਤਾਂ ਜਦੋਂ ਉਹ ਛਿੱਕ ਮਾਰਦਾ ਹੈ, ਠੀਕ ਹੈ, ਤਾਂ ਉਹ ਆਪਾਂ ਨੂੰ ਪਤਾ ਹਜ਼ਾਰਾਂ ਹੀ ਜਿਹੜੇ ਛਿੱਕ ਦੇ ਤੁਪਕੇ ਨੇ ਉਹ ਹਵਾ ਵਿੱਚ ਫੈਲ ਜਾਂਦੇ ਨੇ ਐਂਡ ਨੀਅਰ ਬਾਏ ਅਤੇ ਗਰਾਊਂਡ ਤੇ ਜਿਹੜੇ ਉਹ ਫੈਲ ਜਾਂਦੇ ਨੇ, ਠੀਕ ਹੈ ਜੀ ਗੱਲ। ਤਾਂ ਅੱਗੇ ਕੀ ਹੁੰਦਾ ਹੈ? ਇਫ ਅਨਦਰ ਪਰਸਨ ਇਜ਼ ਨੀਅਰ ਬਾਏ, ਜੇਕਰ ਹੁਣ ਉਹ ਤੁਪਕਿਆਂ ਦੇ ਨੇੜੇ ਕੋਈ ਵਿਅਕਤੀ ਖੜਾ ਹੈ ਐਂਡ ਇਨਹੇਲ ਦਾ ਡ੍ਰੌਪਲੇਟ ਔਰ ਟੱਚ ਦੀ ਸਰਫੇਸ, ਜੇਕਰ ਉਹ ਇਨਹੇਲ ਕਰ ਗਿਆ ਡ੍ਰੌਪਲੇਟ ਨੂੰ ਯਾਨੀ ਕਿ ਸਾਹ ਰਾਹੀਂ ਅੰਦਰ ਲੈ ਗਿਆ, ਜਾਂ ਜਿੱਥੇ ਤੁਪਕੇ ਡਿੱਗੇ ਨੇ ਉਹ ਸਰਫੇਸ ਨੂੰ ਉਹਨੇ ਕੀ ਕਰ ਲਿਆ ਜੀ, ਟੱਚ ਕਰ ਲਿਆ। ਦੈਨ ਟੱਚਿਸ ਹਿਜ਼ ਫੇਸ, ਅਤੇ ਉਹਨੇ ਉਹੀ ਹੱਥ ਆਪਦੇ ਮੂੰਹ ਤੇ ਲਾ ਲਏ, ਆਪਦੀਆਂ ਅੱਖਾਂ ਤੇ ਲਾ ਲਏ ਜਾਂ ਆਪਦੇ ਫੇਸ ਤੇ ਲਾ ਲਏ। ਕਹਿਣ ਦਾ ਮਤਲਬ ਹੀ ਕੈਨ ਗੈਟ ਇਨਫੈਕਟਡ, ਤਾਂ ਉਹ ਕੀ ਹੋ ਸਕਦਾ ਹੈ ਜੀ, ਉਹ ਵੀ ਇਨਫੈਕਟਡ ਹੈ ਜਿਹੜਾ ਉਹ ਹੋ ਸਕਦਾ ਹੈ, ਠੀਕ ਹੈ ਜੀ ਗੱਲ। ਅੱਛਾ ਹੁਣ ਤੀਸਰਾ, the infected person can further infect many more people through social interaction। ਹੁਣ ਜਿਹੜਾ ਇਨਫੈਕਟਡ ਹੋ ਗਿਆ ਜੀ ਤੇ ਉਹ ਕੀ ਕਰ ਸਕਦਾ ਹੈਗਾ, ਉਹ ਹੋਰ ਬੰਦਿਆਂ ਨੂੰ ਹੈ ਜਿਹੜਾ ਉਹ ਇਨਫੈਕਟ ਕਰ ਸਕਦਾ ਹੈ ਜੀ। ਇਹ ਪੇਜ ਦੇ ਵਿੱਚ ਵਧੀਆ ਆਪਾਂ ਨੂੰ ਜਾਣਕਾਰੀ ਇਹਨਾਂ ਨੇ ਦਿੱਤੀ ਹੋਈ ਹੈ ਜੀ। ਵਾਟ ਆਰ ਦਾ ਏਜ ਗਰੁੱਪ ਇਨ ਵਿਚ ਦਾ ਡਿਸੀਜ਼ਸ ਸਪਰੈਡ। ਦੇਖੋ ਇੱਧਰ ਲਿਖਿਆ ਜੀ ਇਹ 2 ਨੰਬਰ ਹੈ ਜਿਹੜਾ ਏਜ ਗਰੁੱਪ ਕਿਹਨਾਂ ਨੂੰ ਹੁੰਦਾ ਜੀ, ਇਹ ਤਾਂ ਕਿਹਨਾਂ ਨੂੰ ਹੁੰਦਾ ਜੀ, all age groups, ਸਾਰਿਆਂ ਨੂੰ ਹੋ ਸਕਦਾ ਜੀ ਇਹ। ਜਨਰਲੀ ਮਾਈਲਡ ਇਨ ਚਿਲਡਰਨ, ਇਹ ਜ਼ਰੂਰ ਆਪਾਂ ਨੂੰ ਵਧੀਆ ਆਪਾਂ ਕਹਿ ਸਕਦੇ ਹਾਂ ਵੀ ਮਾਈਲਡ ਹੁੰਦਾ ਘੱਟ, ਵੀ ਇਹ ਬੱਚਿਆਂ ਵਿੱਚ ਹੈ ਜਿਹੜਾ ਇਹ ਘੱਟ ਹੁੰਦਾ ਜੀ, ਠੀਕ ਹੈ। ਅੱਛਾ ਥੱਲੇ ਦੇਖੋ ਇੱਕ ਹੋਰ ਬਾਕਸ ਵਿੱਚ ਕੀ ਦਿੱਤਾ ਹੈ, 올ਡਰ ਪਰਸਨ ਐਂਡ ਪਰਸਨ ਵਿਦ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ, ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ, ਜਿਵੇਂ ਹਾਈ ਬਲੱਡ ਪ੍ਰੈਸ਼ਰ ਹੈ, ਹਾਰਟ ਡਿਸੀਜ਼ਸ ਹੈ, ਜਾਂ ਲੰਗਸ ਦੀ ਡਿਸੀਜ਼ ਹੈ, ਫੇਫੜਿਆਂ ਦੀ ਕੋਈ ਬਿਮਾਰੀ ਹੈ, ਕੈਂਸਰ ਹੈ, ਕੋਈ ਡਾਇਬਟੀਜ਼ ਹੈ, ਠੀਕ ਹੈ ਨਾ, ਉਹਨਾਂ ਨੂੰ ਇਹਦਾ ਰਿਸਕ ਹੈ ਜਿਹੜਾ ਉਹ ਜ਼ਿਆਦਾ ਹੈ ਜੀ। ਹੁਣ ਉਹ ਰਿਸਕ ਜ਼ਿਆਦਾ ਕਿਉਂ ਹੈ? ਸਿਰਫ ਉਹੀ ਕਾਰਨ ਹੈ ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਹੈ ਜਿਹੜਾ ਉਹ ਕੀ ਹੋ ਜਾਂਦਾ ਜੀ, ਉਹ ਕਮਜ਼ੋਰ ਹੋ ਜਾਂਦਾ ਹੈ ਟਾਈਮ ਨਾਲ। ਇਮਿਊਨ ਸਿਸਟਮ ਜਿਹੜਾ ਉਹਨਾਂ ਦਾ ਕੀ ਹੈ, ਕਮਜ਼ੋਰ ਹੋ ਜਾਂਦਾ ਹੈ। ਹੁਣ ਤੀਸਰਾ ਪੁਆਇੰਟ ਕੀ ਲਿਖਿਆ ਜੀ, ਵਾਟ ਹੈਪਨ ਟੂ ਏ ਪਰਸਨ ਹੂ ਡਿਵੈਲਪ ਦਾ ਡਿਸੀਜ਼ਸ, ਠੀਕ ਹੈ, ਤਾਂ 80% ਵਿਲ ਰਿਕੁਆਇਰ ਨੋ ਟ੍ਰੀਟਮੈਂਟ ਐਂਡ ਸ਼ੈਲ ਰਿਕਵਰ ਦੇਅਰ ਓਨ, ਠੀਕ ਹੈ ਜੀ। ਸਾਰੇ ਮਤਲਬ 80% ਹੈ ਜਿਹੜੇ ਉਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ, ਉਹ ਆਪਣੇ ਆਪ ਹੈ ਜਿਹੜੇ ਠੀਕ ਹੋ ਰਹੇ ਨੇ, ਆਪਦੇ ਇਮਿਊਨ ਸਿਸਟਮ ਦੇ ਨਾਲ ਹੈ ਜਿਹੜੇ ਉਹ ਠੀਕ ਹੋ ਰਹੇ ਨੇ, ਠੀਕ ਹੈ ਨਾ। 20% ਮੇ ਨੀਡ ਹੌਸਪਿਟਲਾਈਜੇਸ਼ਨ, 20% ਨੂੰ ਹੈ ਜਿਹੜੀ ਹੌਸਪੀਟਲ ਦੀ ਹੈ ਜਿਹੜੀ ਉਹ ਲੋੜ ਪੈ ਸਕਦੀ ਹੈ ਜਦੋਂ ਉਹਨਾਂ ਦਾ ਇਮਿਊਨ ਸਿਸਟਮ ਬਾਹਲਾ ਕਮਜ਼ੋਰ ਹੋ ਜਾਏ, ਤਾਂ ਐਮਰਜੈਂਸੀ ਆਪਾਂ ਕਹਿ ਸਕਦੇ ਹਾਂ। ਅੱਗੇ ਚੱਲਦੇ ਹਾਂ ਜੀ, ਠੀਕ ਹੈ ਨਾ। ਪ੍ਰੀਕੋਸ਼ਨ ਐਂਡ ਸਿੰਪਟਮ, ਸਾਵਧਾਨੀਆਂ ਅਤੇ ਚਿੰਨ੍ਹ। ਤਾਂ ਕੀ ਸਾਵਧਾਨੀਆਂ ਨੇ ਜੀ, ਕੀ ਚਿੰਨ੍ਹ ਹੈ, ਇਹ ਤੇ ਚੱਲਦੇ ਹਾਂ। ਤਾਂ ਦੇਖੋ ਪਹਿਲਾ ਹੈ ਅਰਸਿਸਟ, ਅਰਸਿਸਟ ਹੁੰਦਾ ਜੀ ਰੋਕਣਾ। ਤਾਂ ਕੀ ਕਰਨਾ ਜੀ ਆਪਾਂ, ਕਿਸ ਨੂੰ ਰੋਕਣਾ ਆਪਾਂ, ਅਵੋਇਡ
ਟਚਿੰਗ ਯੂਅਰ ਆਈਜ਼ ਮਾਊਥ ਐਂਡ ਨੋਜ਼। ਆਪਣੇ ਅੱਖਾਂ ਨੂੰ, ਮੂੰਹ ਨੂੰ ਤੇ ਨੱਕ ਨੂੰ ਬਾਰ-ਬਾਰ ਆਪਾਂ ਹੱਥ ਨਹੀਂ ਲਾਉਣਾ ਜੀ, ਇੱਕ ਤਾਂ ਆਪਾਂ ਇਹ ਰੋਕਣਾ ਹੈ, ਠੀਕ ਹੈ। ਦੂਜਾ ਦੇਖੋ ਜੀ ਕਲੀਨ, ਕਲੀਨ 'ਚ ਕੀ ਲਿਖਿਆ, ਕਲੀਨ ਯੂਅਰ ਹੈਂਡ ਵਿਦ ਅਲਕੋਹਲ ਬੇਸਡ ਰੱਬ ਵਾਸ਼ ਦੈਮ ਵਿਦ ਸੋਪ ਐਂਡ ਵਾਟਰ, ਠੀਕ ਹੈ ਜੀ। ਆਪਦੇ ਹੱਥਾਂ ਨੂੰ ਅਲਕੋਹਲ ਬੇਸਡ ਚੀਜ਼ਾਂ ਦੇ ਨਾਲ, ਠੀਕ ਹੈ, ਜਿਹਨੂੰ ਆਪਾਂ ਸੈਨੀਟਾਈਜ਼ਰ ਕਹਿ ਰਹੇ ਹਾਂਗੇ, ਉਹਨਾਂ ਦੇ ਨਾਲ, ਠੀਕ ਹੈ ਨਾ, ਧੋਣਾ ਹੈ ਜੀ, ਠੀਕ ਹੈ। ਅਤੇ ਸਾਬਣ ਤੇ ਪਾਣੀ ਦੇ ਨਾਲ ਆਪਦੇ ਹੱਥਾਂ ਨੂੰ ਧੋਣਾ ਹੈ। ਅੱਗੇ ਜੀ ਕੀ ਦਿੱਤਾ ਹੈ, ਸਰਫੇਸ ਪਰਸਿਸਟੈਂਟ। ਪਰਸਿਸਟੈਂਸ ਦਾ ਮਤਲਬ ਹੁੰਦਾ ਠਹਿਰਨਾ, ਵੀ ਕੋਵਿਡ-19 ਹੈ ਜਿਹੜਾ ਉਹਦਾ ਵਾਇਰਸ ਹੈ ਉਹ ਕਿੰਨਾ ਟਾਈਮ ਸਰਫੇਸ ਦੇ ਉੱਤੇ ਰਹਿ ਸਕਦਾ ਹੈ। ਹੁਣ ਇਹਨਾਂ ਨੇ ਕੀ ਦੱਸਿਆ ਜੀ, ਇਟ ਇਜ਼ ਨੋਟ ਸਰਟੇਨ ਹਾਊ ਲੌਂਗ ਦਾ ਵਾਇਰਸ ਦੈਟ ਕਾਜ਼ ਕੋਵਿਡ-19 ਸਰਵਾਈਵ ਔਨ ਸਰਫੇਸ, ਠੀਕ ਹੈ ਜੀ। ਇਹ ਕੋਈ ਕਹਿੰਦਾ ਜੀ ਖਾਸ ਨਹੀਂ ਹੈ ਵੀ ਉਹ ਕਿੰਨਾ ਟਾਈਮ ਰਹਿ ਸਕਦਾ ਹੈ, ਬਟ ਇਟ ਸੀਮ ਟੂ ਬਿਹੇਵ ਲਾਈਕ ਅਦਰ ਕਰੋਨਾ ਵਾਇਰਸ, ਯਾਨੀ ਕਿ ਅਜੇ ਇਹਨਾਂ ਨੇ ਇਹਦੀ ਕੋਈ ਫੁੱਲ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਉਹ ਕਿੰਨਾ ਟਾਈਮ ਰਹਿ ਸਕਦਾ ਹੈ, ਠੀਕ ਹੈ ਜੀ ਗੱਲ। ਸਟੱਡੀਜ਼ ਸੁਜੈਸਟ ਦੈਟ ਇਟ ਮੇ ਪਰਸਿਸਟ ਔਨ ਸਰਫੇਸ few hour up to several day। ਦੇਖੋ ਬਹੁਤ ਇੰਪੋਰਟੈਂਟ ਗੱਲ ਇੱਥੇ ਇਹਨਾਂ ਨੇ ਲਿਖਤੀ ਜੀ, ਵੀ ਜਿਹੜਾ ਸਟੱਡੀ ਹੈ ਉਹ ਕੀ ਕਹਿੰਦੀ ਹੈ ਵੀ ਇਹ ਕੁਝ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ, ਸਰਵਲ ਡੇਜ਼, ਕਈ ਦਿਨਾਂ ਤੱਕ ਹੈ ਜਿਹੜਾ ਉਹ ਸਰਫੇਸ ਉੱਤੇ ਰਹਿ ਸਕਦਾ ਹੈ ਜੀ। ਇਹ ਗੱਲ ਤੁਸੀਂ ਯਾਦ ਰੱਖਿਓ, ਠੀਕ ਹੈ ਜੀ ਗੱਲ। ਅੱਗੇ ਇਫ ਯੂ ਥਿੰਕ ਏ ਸਰਫੇਸ ਮੇ ਇਨਫੈਕਟਡ ਕਲੀਨ ਇਟ ਵਿਦ ਦਾ ਸਿੰਪਲ ਡਿਸਇਨਫੈਕਟੈਂਟ ਟੂ ਕਿਲ ਦਾ ਵਾਇਰਸ ਐਂਡ ਪ੍ਰੋਟੈਕਟ ਯੂਅਰ ਸੈਲਫ ਐਂਡ ਅਦਰ। ਜੇਕਰ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਤੁਹਾਡੇ ਆਲੇ ਦੁਆਲੇ ਕੋਈ ਸਰਫੇਸ ਇਨਫੈਕਟਡ ਹੈ ਤਾਂ ਤੁਸੀਂ ਕੀ ਕਰਨਾ ਜੀ, ਉਹਨੂੰ, ਠੀਕ ਹੈ ਨਾ, ਡਿਸਇਨਫੈਕਟਡ ਕੌਣ ਨੇ, ਉਹੀ ਸੈਨੀਟਾਈਜ਼ਰ ਵਗੈਰਾ, ਉਹਨਾਂ ਦੇ ਨਾਲ ਵਾਇਰਸ ਨੂੰ ਕਿਲ ਕਰਨਾ ਹੈ ਜੀ, ਅਤੇ ਆਪਦੇ ਆਪ ਨੂੰ ਅਤੇ ਹੈ ਨਾ ਦੂਜਿਆਂ ਨੂੰ ਕੀ ਕਰਨਾ ਹੈ ਜੀ, ਬਚਾਉਣਾ ਹੈ। ਸਿੰਪਟਮ ਕੀ ਨੇ ਜੀ, ਦੇਖੋ ਸਿੰਪਟਮ ਕੀ ਦਿੱਤੇ ਨੇ ਜੀ, ਤਾਂ ਸਿੰਪਟਮ ਕੀ ਨੇ, ਸਿੰਪਟਮ ਹਨ ਜੀ ਆਪਣੇ ਕੋਲੇ, ਠੀਕ ਹੈ ਨਾ, ਫੀਵਰ, ਬੁਖਾਰ, ਸੋਰ ਥਰੋਟ, ਗਲਾ, ਸੁੱਜਿਆ ਗਲਾ ਕਹਿ ਸਕਦੇ ਆ, ਜਾਂ ਜਿਹਦੇ ਵਿੱਚ ਖਾਰਸ਼ ਹੁੰਦੀ ਹੈ ਗਲਾ, ਉਹ ਖੰਘ, ਸ਼ਾਰਟਨੈਸ ਆਫ ਬਰੀਥ, ਯਾਨੀ ਕਿ ਸਾਹ ਲੈਣ ਦੇ ਵਿੱਚ ਦਿੱਕਤ ਆਵੇ, ਇਹ ਇਹਦੇ ਚਿੰਨ੍ਹ ਨੇ ਜੀ। ਦੇਰ ਆਰ ਸਿਮਿਲਰ ਟੂ ਸਿੰਪਟਮ ਟੂ ਐਨੀ ਵਾਇਰਲ ਇਨਫੈਕਸ਼ਨ ਲਾਈਕ ਕਾਮਨ ਕੋਲਡ ਐਂਡ ਇਨਫਲੂਐਂਜਾ। ਕਾਮਨ ਕੋਲਡ ਜ਼ੁਕਾਮ ਨੂੰ ਕਹਿੰਦੇ ਆ, ਇਨਫਲੂਐਂਜਾ ਬਹੁਤ ਤੇਜ਼ ਜ਼ੁਕਾਮ ਨੂੰ ਕਹਿੰਦੇ ਆ, ਠੀਕ ਹੈ ਜੀ। ਇਹਨਾਂ ਦੇ ਸਿੰਪਟਮ ਵਰਗੇ ਹੀ ਇਹਦੇ ਜਿਹੜੇ ਸਿੰਪਟਮ ਹੁੰਦੇ ਆ, ਉਹ ਇਹਦੇ ਸਿੰਪਟਮ ਵੀ ਇਹੀ ਹੁੰਦੇ ਆ, ਠੀਕ ਹੈ ਜੀ ਗੱਲ। ਅੱਗੇ ਚੱਲਦੇ ਆ ਜੀ, ਪੰਜਵਾਂ ਕੀ ਲਿਖੀ ਹੈ, ਪੰਜਵੀਂ ਸਲਾਈਡ ਕੀ ਕਹਿੰਦੇ ਨੇ, ਇਹ ਡਾਇਗਨੋਸਿਸ ਫॉर ਕੋਵਿਡ-19, ਠੀਕ ਹੈ ਜੀ ਗੱਲ। ਤਾਂ ਦੇਖੋ ਕੀ ਆਪਾਂ ਨੂੰ ਕਰਨਾ ਚਾਹੀਦਾ ਹੈ, ਕੰਸਲਟ ਯੂਅਰ ਫੈਮਿਲੀ ਫਿਜ਼ੀਸ਼ੀਅਨ, ਕੰਸਲਟ ਯੂਅਰ ਫੈਮਿਲੀ ਡਾਕਟਰ। ਜੇਕਰ ਤੁਸੀਂ ਕਿਸੇ ਡਾਕਟਰ ਨੂੰ ਜਾਣਦੇ ਹੋ ਜਾਂ ਤੁਹਾਡਾ ਕੋਈ ਫੈਮਿਲੀ ਡਾਕਟਰ ਹੈ ਤਾਂ ਉਹਦੇ ਨਾਲ ਕੰਸਰਨ ਰੱਖੋ। ਕਲੀਨਿਕਲ ਸਿੰਪਟਮ ਫॉर ਰੈਸਪੀਰੇਟਰੀ ਇਨਫੈਕਸ਼ਨ, ਠੀਕ ਹੈ, ਜੇਕਰ ਕੋਈ ਤੁਹਾਨੂੰ ਸਾਹ ਦੀ ਕੋਈ ਇਨਫੈਕਸ਼ਨ ਲੱਗ ਰਹੀ ਹੈ ਤਾਂ ਉਹ ਦਿਖਾਓ। ਟਰੈਵਲ ਹਿਸਟਰੀ ਟੂ ਕਰੋਨਾ ਵਾਇਰਸ ਅਫੈਕਟਡ ਏਰੀਆ, ਠੀਕ ਹੈ, ਜਿੱਥੇ ਜਿੱਥੇ ਤੁਸੀਂ ਗਏ ਸੀ ਉਹ ਦੇਖੋ, ਉਹਨੂੰ ਸਾਰਾ ਡਾਇਗਨੋਸ ਕਰੋ, ਧਿਆਨ ਦਿਓ ਉਹਦੇ। ਕਲੋਜ਼ ਕੰਟੈਕਟ ਵਿਦ ਇਨਫੈਕਟਡ ਪਰਸਨ, ਠੀਕ ਹੈ, ਇਹ ਵਾਟ ਸ਼ੁੱਡ ਯੂ ਡੂ, ਕਲੋਜ਼ ਕੰਟੈਕਟ ਵਿਦ ਐਨ ਇਨਫੈਕਟਡ ਪਰਸਨ, ਠੀਕ ਹੈ ਨਾ, ਇਹ ਹੈ ਜਿਹੜਾ ਆਪਾਂ ਇਹ ਵੀ ਨਹੀਂ ਕਰਨਾ, ਕਲੋਜ਼ ਕੰਟੈਕਟ ਨਹੀਂ ਕਰਨਾ ਆਪਾਂ। ਇਨ ਕੇਸ ਯੂ ਆਰ ਅਸਿਮਪਟੋਮੈਟਿਕ ਵਿਦਆਊਟ ਸਿੰਪਟਮ ਯੂ ਆਰ ਨੋਟ ਰਿਕਵਾਇਰਡ ਟੂ ਗੈਟ ਟੈਸਟਡ। ਇੱਥੇ ਦੇਖੋ ਇਹਨੇ ਲਿਖਿਆ ਜੀ, ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਈ ਸਿੰਪਟਮ ਨਹੀਂ ਹਨ ਤਾਂ ਤੁਸੀਂ ਕੀ ਹੈ ਜੀ, ਕੋਈ ਤੁਹਾਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਹੈਗੀ। ਇਫ ਯੂ ਹੈਵ ਸਿੰਪਟਮ ਸੈਲਫ ਆਈਸੋਲੇਸ਼ਨ ਯੂਅਰ ਸੈਲਫ। ਜੇਕਰ ਕਹਿੰਦਾ ਤੁਹਾਨੂੰ ਲੱਗਦਾ ਹੈ ਵੀ ਕੋਈ ਸਿੰਪਟਮ ਹੈਗੇ ਹੈ ਤਾਂ ਸਭ ਤੋਂ ਪਹਿਲਾ ਕੰਮ ਤੁਸੀਂ ਕੀ ਕਰਨਾ ਹੈ ਜੀ, ਸਭ ਤੋਂ ਪਹਿਲਾ ਕੰਮ ਤੁਸੀਂ ਸਿੰਪਟਮ ਹੈ ਯਾਨੀ ਕਿ ਆਈਸੋਲੇਸ਼ਨ ਕਰਨਾ ਹੈ, ਆਪਦੇ ਆਪ ਨੂੰ ਹੈ ਜਿਹੜਾ ਉਹ ਇਕੱਲੇ ਨੂੰ ਕਰਨਾ ਹੈ, ਯਾਨੀ ਕਿ ਇਕੱਲਾ ਕਰਨਾ ਹੈ, ਠੀਕ ਹੈ ਜੀ ਗੱਲ। ਅਵੋਇਡ ਹਿਊਮਨ ਕੰਟੈਕਟ, ਦੂਜਿਆਂ ਦੇ ਕੰਟੈਕਟ 'ਚ ਨਹੀਂ ਜਾਣਾ। ਅੱਛਾ, ਕਾਲ ਸਟੇਟ ਹੈਲਪਲਾਈਨ ਨੰਬਰ ਔਰ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ, ਠੀਕ ਹੈ ਨਾ, ਵੈਲਫੇਅਰ। ਤਾਂ ਜਿਹੜੇ ਨੰਬਰ ਥੱਲੇ ਦਿੱਤੇ ਹੋਏ ਨੇ ਜੀ, ਇਹਨਾਂ ਨੰਬਰਾਂ ਦੇ ਵਿੱਚੋਂ, ਠੀਕ ਹੈ ਨਾ, ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਹਾਡੇ ਤੱਕ ਕੋਈ ਨਹੀਂ ਪਹੁੰਚ ਰਿਹਾ ਤਾਂ ਤੁਸੀਂ ਇਹ ਟੋਲ ਫਰੀ ਨੰਬਰ 1075 ਜਾਂ 011 23978046 ਦੇ ਉੱਤੇ ਤੁਸੀਂ ਕੰਟੈਕਟ ਹੈ ਜਿਹੜਾ ਉਹ ਕਰ ਸਕਦੇ ਹੋ ਜੀ, ਠੀਕ ਹੈ। ਤਾਂ ਅਗਲੀ ਸਲਾਈਡ ਦੇਖਦੇ ਹਾਂ ਜੀ। ਅਗਲੀ ਸਲਾਈਡ ਵੀ ਟ੍ਰੀਟਮੈਂਟ ਦੀ ਗੱਲ ਕਰਦੀ ਹੈ, ਠੀਕ ਹੈ। ਕੀ ਟ੍ਰੀਟਮੈਂਟ ਹੈ ਜੀ ਇਹਦਾ, ਦੇਖੋ ਨੰਬਰ 1, ਕਰੰਟਲੀ ਦੇयर इज नो स्पेसिफिक ट्रीटमेंट, कोई ਇਹਦਾ ਟ੍ਰੀਟਮੈਂਟ ਨਹੀਂ ਬਣਿਆ ਜੀ, ਠੀਕ ਹੈ ਨਾ। ਵੈਕਸੀਨ ਅਵੇਲੇਬਲ ਫॉर ਕਰੋਨਾ ਇਨਫੈਕਸ਼ਨ, ਕੋਈ ਇਹਦੀ ਹੁਣ ਤੱਕ ਹੈ ਜਿਹੜੀ ਕੋਈ ਇਹਦੀ ਦਵਾਈ ਨਹੀਂ ਬਣੀ ਹੋਈ ਜੀ, ਇਹ ਵੀ ਆਪਾਂ ਯਾਦ ਰੱਖਣਾ ਹੈ ਜੀ।
some drugs which have been used for other coronavirus infection are being used to treat critically sick patient। ਜਿਹੜੇ ਕੁਝ ਡਰੱਗਸ ਦਿੱਤੇ ਜਾ ਰਹੇ ਨੇ ਉਹ ਸਿਰਫ ਜਿਹੜੇ ਸਿੱਕ ਪੇਸ਼ੈਂਟ ਨੇ, ਯਾਨੀ ਕਿ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ, ਉਹਨਾਂ ਨੂੰ ਟ੍ਰੀਟ ਕਰਨ ਲਈ ਦਿੱਤੇ ਜਾ ਰਹੇ ਨੇ, ਕੋਈ ਖਾਸ ਕਰੋਨਾ ਵਾਇਰਸ ਲਈ ਨਹੀਂ ਦਿੱਤਾ ਜਾ ਰਿਹਾ ਜੀ। ਠੀਕ ਹੈ ਜੀ ਗੱਲ। ਅੱਛਾ, देयर आर नो स्पैसिफिक फूड ਜਾਂ ਡਰਿੰਕ ਰਿਕਮੈਂਡਡ ਫॉर ਟ੍ਰੀਟਿੰਗ ਦਾ ਕਰੋਨਾ ਵਾਇਰਸ। ਇਹ ਵੀ ਇਹਨਾਂ ਨੇ ਇੱਥੇ ਕਲੀਅਰ ਕੀਤਾ ਜੀ, ਕਿਸੇ ਤਰ੍ਹਾਂ ਦਾ ਕੋਈ ਖਾਸ ਭੋਜਨ ਜਾਂ ਭੋਜਨ ਪਦਾਰਥ ਪੀਣ ਵਾਲੇ ਉਹ ਕਰੋਨਾ ਵਾਇਰਸ ਨੂੰ ਠੀਕ ਕਰਨ ਵਾਸਤੇ ਨਹੀਂ ਦੱਸੇ ਜਾ ਰਹੇ। ਹਾਂ, ਫਿਰ ਵੀ ਕਹਿੰਦਾ ਹਾਊਐਵਰ one can continue take his or her regular diet ਤਾਂ his fruit vegetable to stay healthy। ਕਹਿੰਦਾ ਫਿਰ ਵੀ ਲੋਕ ਕੀ ਕਰਨ, ਆਪਦੀ ਸਿਹਤ ਨੂੰ ਵਧੀਆ ਬਣਾਉਣ ਵਾਸਤੇ ਸਬਜ਼ੀਆਂ ਅਤੇ ਫਲਾਂ ਵੱਲ ਜ਼ਿਆਦਾ ਧਿਆਨ ਦੇਣ, ਹੋਰ ਫਾਸਟ ਫੂਡ ਜਾਂ ਜੰਕ ਫੂਡ ਖਾਣ ਨਾਲੋਂ ਜੀ। ਠੀਕ ਹੈ ਜੀ ਗੱਲ। ਤਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਜੀ। ਤਾਂ ਅਗਲੀ ਸਲਾਈਡ ਦੇਖੋ, ਅਗਲੀ ਸਲਾਈਡ ਬਹੁਤ ਕੁਝ ਕਹਿ ਰਹੀ ਹੈ। ਤਾਂ ਦੇਖਦੇ ਹਾਂ ਬੱਚੋ, ਅਗਲੀ ਸਲਾਈਡ ਆਪਾਂ ਨੂੰ ਕੀ ਕਹਿ ਰਹੀ ਹੈ ਜੀ। ਨੰਬਰ 1, ਸਟੈਪ ਟੂ ਕੰਟਰੋਲ ਸਪਰੈਡ ਫॉर ਇਨਫੈਕਸ਼ਨ। ਕਿਹੜੇ ਆਪਾਂ ਨੂੰ ਸਟੈਪ ਜਿਹੜੇ ਵਰਤਨੇ ਆ। ਰੈਗੂਲਰ ਐਂਡ ਥਰੋਲੀ ਕਲੀਨ ਯੂਰ ਹੈਂਡ ਵਿਦ ਅਲਕੋਹਲ ਬੇਸਡ, ਠੀਕ ਹੈ ਨਾ, रब और वाश दैम सोप एंड वाटर स्पैशली आफ्टर कमिंग आउटसाइड। ठीक है, जेकर तुसी बाहरों आए हो जी तो तुसी की करना है जी, आपदे हत्थां नूं बड़े ध्यान नाल धोना है, आपदे हत्थां नूं बड़े ध्यान नाल धोना है। ते खास गल बार बार उही लिखी है जी, अखां नूं, नक नूं ते मूँह नूं तुसी की नहीं करना जी, टच नहीं करना। नंबर 2, मेंटेन एटलीस्ट 4 तो 6 फीट डिस्टेंस बिटवीन यूअर सैल्फ एंड हू इज़ कफिंग और स्नीजिंग। जे तुहानूं कोई लग रहा है, तुहाडे नाल कोई खड़ा है ते वो खंघ रहा है या छिक रहा है, तुसीं की करना है जी, उस तो ठीक है 6 फुट की दूरी है जी वो बना के रखनी है। 4 तो 6 फुट की दूरी है जी वो बना के रखनी है। ठीक है जी। हैंड शेक कहना, देखो अवॉइड हैंड शेक। हैंड शेक तो तुसीं करना ही नहीं है, ये तुसीं याद रखियो जी। फॉलो ए गुड रेस्पिरेटरी हाइजन। ठीक है, एक गुड रेस्पिरेटरी हाइजन यानी कि फेफड़ियाँ, यानी कि फेफड़ियाँ का कह लो, गले का कह लो, जो साह नाल संबंधित है वो साफ रखना आपां। वो किवें जी, दिस मीनस कवरिंग यूर माउथ एंड नोज विद यू बेंट एल्बो और टिशू वैन यू कफ और स्नीज। ठीक है, जो तुहानूं खंघ आ जाए, जुकाम आ जाए, तो तुसीं की करना है जी, तुसीं की करना है, तो तुसीं आपदे नक नूं जां मूँह नूं एल्बो यानी कि कूणी दे नाल है जिहड़ा ਉਹਨੂੰ ਢੱਕ ਲੈਣਾ ਹੈ, ਜਾਂ ਕਿਸੇ ਟਿਸ਼ੂ ਦੇ ਨਾਲ, ਟਿਸ਼ੂ ਪੇਪਰ ਦੇ ਨਾਲ ਹੈ ਜਿਹੜਾ ਉਸ ਨੂੰ ਕਵਰ ਕਰਨਾ ਹੈ। ਠੀਕ ਹੈ ਜੀ। ਤਾਂ ਦੈਨ ਡਿਸਪੋਜ਼ ਆਫ ਯੂਜ਼ ਟਿਸ਼ੂ ਇਮੀਡੀਏਟਲੀ। ਤਾਂ ਇਹ ਖਾਸ ਗੱਲ ਹੈ ਜੀ, ਟਿਸ਼ੂ ਪੇਪਰ ਤੁਸੀਂ ਵਰਤ ਕੇ ਉੱਥੇ ਹੀ ਨਹੀਂ ਸੱਟ ਦੇਣਾ। ਠੀਕ ਹੈ, ਉਸ ਨੂੰ ਨਾਲ ਦੀ ਨਾਲ ਤੁਸੀਂ ਕੀ ਕਰਨਾ ਹੈ, ਡਿਸਪੋਜ਼ ਆਫ ਕਰਨਾ ਹੈ, ਯਾਨੀ ਕਿ ਜੇ ਕੋਈ ਡਸਟਬਿਨ ਲੱਗਿਆ ਹੋਇਆ ਹੈ ਤੁਸੀਂ ਉਸ ਨੂੰ ਉਹਦੇ ਵਿੱਚ ਪਾਉਣਾ ਹੈ ਜੀ। ਠੀਕ ਹੈ ਜੀ ਗੱਲ। ਅੱਗੇ ਚੱਲਦੇ ਹਾਂ। 4 ਨੰਬਰ ਪੁਆਇੰਟ ਕੀ ਕਹਿੰਦਾ ਹੈ, ਅਵੋਇਡ ਅਨਨੈਸੈਸਰੀ ਟਰੈਵਲ। ਜੇ ਤੁਹਾਨੂੰ ਲੋੜ ਨਹੀਂ ਹੈਗੀ ਵੀਰ ਜੀ ਕਿਤੇ ਜਾਣ ਦੀ, ਠੀਕ ਹੈ, ਤਾਂ ਤੁਹਾਨੂੰ ਕਿਤੇ ਵੀ ਜਾਣਾ ਨਹੀਂ ਚਾਹੀਦਾ। ਇਹਨਾਂ ਨੇ ਇਹ ਗੱਲ ਬਹੁਤ ਜ਼ਰੂਰੀ ਕਹੀ ਹੈ, ਠੀਕ ਹੈ ਨਾ। ਪਾਰਟਿਸਿਪੇਸ਼ਨ ਇਨ ਪਬਲਿਕ ਗੈਦਰਿੰਗ 'ਚ ਨਹੀਂ ਜਾਣਾ ਚਾਹੀਦਾ। ਇਫ ਯੂ ਹੈਵ ਫੀਵਰ, ਕਫ ਐਂਡ ਡਿਫੀਕਲਟੀ ਇਨ ਬਰੀਥਿੰਗ, ਸੀਕ ਮੈਡੀਕਲ ਅਟੈਂਸ਼ਨ। ਠੀਕ ਹੈ ਜੀ। ਜੇਕਰ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਬੁਖਾਰ, ਖੰਘ ਜਾਂ ਕੋਈ ਹੋਰ ਪ੍ਰੋਬਲਮ ਹੈ ਸਾਹ ਲੈਣ 'ਚ, ਫਿਰ ਤੁਸੀਂ ਮੈਡੀਕਲ ਅਟੈਂਸ਼ਨ ਹੈ ਜਿਹੜੀ ਉਧਰ ਜ਼ਰੂਰ ਜਾਓ, ਉਧਰ ਧਿਆਨ ਦਿਓ, ਨਹੀਂ ਤੁਹਾਨੂੰ ਕਿਸੇ ਘਰੋਂ ਜਾਣ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ ਗੱਲ। ਅਗਲੀ ਗੱਲ ਹੈ ਜਿਹੜੀ ਬਹੁਤ ਇੰਪੋਰਟੈਂਟ, ਪ੍ਰੈਕਟਿਸ ਸੋਸ਼ਲ ਡਿਸਟੈਂਸਿੰਗ। ਇਹ ਕਰਨਾ ਜੀ ਆਪਾਂ ਬਹੁਤ ਜ਼ਰੂਰੀ, ਜਿਹਦੇ ਉੱਤੇ ਮੈਨੂੰ ਲੱਗਦਾ ਸਾਰੀਆਂ ਸਰਕਾਰਾਂ, ਠੀਕ ਹੈ, ਆਪਣੀ ਜਿਹੜੀ ਸਰਕਾਰ ਹੈ, ਪੰਜਾਬ ਸਰਕਾਰ ਹੈ, ਆਪਣਾ ਸਿੱਖਿਆ ਵਿਭਾਗ ਹੈ, ਸਾਰੇ ਜਿਹੜੇ ਲੋਕ ਨੇ, ਜਿਹੜੇ ਵੱਖ-ਵੱਖ ਸੋਸ਼ਲ ਬੰਦੇ ਨੇ, ਉਹ ਆਪਾਂ ਨੂੰ ਜਿਹੜੇ ਦੱਸ ਰਹੇ ਨੇ ਵੀ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ ਆਪਾਂ ਉਹ ਕਰਨੀ ਹੈ ਜੀ। ਕੀਪ ਏ ਡਿਸਟੈਂਸ ਬਿਟਵੀਨ ਯੂ ਐਂਡ ਅਦਰ ਪੀਪਲ ਸੋ ਦੈਟ ਯੂ ਡੋਂਟ ਕਮ ਇਨ ਕੰਟੈਕਟ ਵਿਦ ਦੇਅਰ ਇਨਫੈਕਟਡ ਡ੍ਰੌਪਲੈਟ, ਤਾਂ ਜੋ ਤੁਸੀਂ ਇਨਫੈਕਟਡ ਡ੍ਰੌਪਲੈਟ ਦੇ ਸੰਪਰਕ ਵਿੱਚ ਨਾ ਆ ਸਕੋ। ਅਵੋਇਡ ਕਰਾਊਡਡ ਪਲੇਸ, ਭੀੜ ਵਾਲੀਆਂ ਥਾਵਾਂ ਤੋਂ ਬਚੋ। ਡੂ ਨੋਟ ਆਰਗੇਨਾਈਜ਼ ਈਵੈਂਟ ਵੇਅਰ ਪੀਪਲ ਹੈਵ ਟੂ ਗੈਟ, ਇਹੋ ਜਿਹੇ ਕੋਈ ਆਰਗੇਨਾਈਜ਼ੇਸ਼ਨ ਨਾ ਕਰੋ ਜਿੱਥੇ ਕੀ ਹੈ ਭੀੜ ਭੜੱਕਾ ਹੋਵੇ। ਕੋਈ ਵੀ ਜਿਹੜਾ ਕੋਈ ਤਿਉਹਾਰ, ਕੋਈ ਮੇਲੇ ਜੋ ਕੁਛ ਵੀ ਹੈ ਉਹ ਨਾ ਕੀਤੇ ਜਾਣ। ਠੀਕ ਹੈ ਜੀ ਗੱਲ। ਵੈਨ ਪੀਪਲ ਆਰ ਐਟ ਏ ਕਰਾਊਡਡ ਪਲੇਸ ਦੇ ਟੱਚ ਓਬਜੈਕਟ ਈਚ ਅਦਰ ਐਂਡ ਮੇ ਈਵਨ ਇਨਹੇਲ ਡ੍ਰੌਪਲੈਟ। ਦੇਖੋ ਜੇ ਕਹਿੰਦਾ ਉਹ ਭੀੜ ਵਾਲੀ ਥਾਵਾਂ 'ਤੇ ਜਾਣਗੇ, ਉਹ ਇੱਕ ਦੂਜੇ ਨੂੰ ਹੱਥ ਲਾਉਣਗੇ, ਚੀਜ਼ਾਂ ਨੂੰ ਹੱਥ ਲਾਉਣਗੇ, ਅਤੇ ਉਹ ਜਿਹੜਾ ਡ੍ਰੌਪਲੈਟ ਹੈ
है ना इन्फैक्टड ਜਿਹੜੇ ਡ੍ਰੌਪਲੇਟ ਹੈ ਜਿਹੜੇ ਕਰੋਨਾ ਵਾਲੇ ਵਾਇਰਸ ਦੇ ਡ੍ਰੌਪਲੇਟ ਹੈ ਉਹ ਇਨਹੇਲ ਕਰ ਲੈਣਗੇ ਅੰਦਰ ਲੈ ਕੇ ਜਾ ਸਕਦੇ ਆ ਉਹ ਸਾਹ ਰਾਹੀਂ that is why it is necessary to decrease human to human contact in this period ਤਾਂ ਕਰਕੇ ਜ਼ਰੂਰੀ ਹੈ ਵੀ ਮਨੁੱਖ ਦੇ ਨਾਲ ਹੈ ਜਿਹੜਾ ਉਹ ਦੂਰ ਰਹੇ ਇਸ ਲੋਕਡਾਊਨ ਦੇ ਸਮੇਂ ਇਸ ਪੀਰੀਅਡ ਦੇ ਸਮੇਂ ਜੀ ਠੀਕ ਹੈ ਜੀ ਗੱਲ ਅੱਗੇ ਚੱਲਦੇ ਜੀ 8ਵੀਂ ਸਲਾਈਡ ਕੀ ਕਹਿੰਦੀ ਆਪਾਂ ਨੂੰ ਹੋ ਸਕਦਾ ਹੈ ਦੋਸਤੋ ਇਸ ਉੱਤੇ ਟਾਈਮ ਲੱਗੇ ਪਰ ਮੈਂ ਚਾਹਣਾ ਵੀ ਵਧੀਆ ਆਪਾਂ ਨੂੰ ਸਮਝ ਆਵੇ ਤਾਂ ਜੋ ਵੀ ਇਹ ਜਿਹੜੀ ਬਿਮਾਰੀ ਹੈ ਉਸ ਪ੍ਰਤੀ ਆਪਾਂ ਵਧੀਆ ਜਾਗਰੂਕ ਹੋ ਕੇ ਆਪਾਂ ਸਭ ਨੂੰ ਦੱਸ ਸਕੀਏ ਵੀ ਦੇਖੋ ਜੀ ਕਿੰਨਾ ਸੋਹਣਾ ਜਿਹੜਾ ਪ੍ਰੋਜੈਕਟ ਹੈ ਸਾਨੂੰ ਉਹ ਸਾਡੇ ਸਿੱਖਿਆ ਵਿਭਾਗ ਨੇ ਦਿੱਤਾ ਹੈ ਵੀ ਇਸ ਉੱਤੇ ਅਸੀਂ ਅਮਲ ਕਰਨਾ ਜਿਹੜਾ ਜੀ ਠੀਕ ਹੈ ਜੀ ਗੱਲ ਤਾਂ ਦੇਖੋ ਜੀ ਪਹਿਲਾਂ ਕੀ ਕਹਿੰਦਾ ਯੂਜ਼ਿੰਗ ਮਾਸਕ ਐਂਡ ਸੈਨੀਟਾਈਜ਼ਰ ਤਾਂ ਇਹਦੇ ਬਾਰੇ ਆਪਾਂ ਪੜ੍ਹਦੇ ਜੀ ਪਰਸਨ ਨੋਟ ਸ਼ੋਇੰਗ ਐਨੀ ਸਿੰਪਟਮ ਜਿਸ ਨੂੰ ਕੋਈ ਸਿੰਪਟਮ ਨਹੀਂ ਹਨ ਠੀਕ ਹੈ ਜੀ a medical mask should not be used as it create a false sense of security that can lead to neglecting other essential measure ਹੁਣ ਬੜੀ ਸੋਹਣੀ ਇਹਨਾਂ ਨੇ ਦੇਖੋ ਜੀ ਗੱਲ ਲਿਖੀ ਹੈ ਕਹਿੰਦਾ ਵੀ ਤੁਸੀਂ ਹੱਥ ਨਹੀਂ ਧੋਂਦੇ ਤੁਸੀਂ ਨੱਕ ਮੂੰਹ ਨੂੰ ਮਤਲਬ ਬੰਦ ਨਹੀਂ ਕਰ ਰਹੇ ਜਦੋਂ ਤੁਹਾਨੂੰ ਛਿੱਕ ਆਉਂਦੀ ਹੈ ਠੀਕ ਹੈ ਅੱਛਾ ਤੁਸੀਂ ਆਪਦੀ ਬੋਡੀ ਟੈਂਪਰੇਚਰ ਦਾ ਧਿਆਨ ਨਹੀਂ ਰੱਖ ਰਹੇ ਤੁਸੀਂ ਇੱਕ ਫਾਰਮੈਲਿਟੀ ਨੂੰ ਠੀਕ ਹੈ ਇੱਕ ਫਾਲਸ ਸੈਂਸ ਆਫ ਸਿਕਿਉਰਿਟੀ ਨੂੰ ਠੀਕ ਹੈ ਨਾ ਮਾਸਕ ਲਾ ਕੇ ਤੁਰੇ ਫਿਰਦੇ ਹੋ ਠੀਕ ਹੈ ਜੀ ਤੁਹਾਨੂੰ ਲੱਗਦਾ ਹੈ ਵੀ ਠੀਕ ਹੈ ਤੁਸੀਂ ਠੀਕ ਹੋ ਕਹਿੰਦੇ ਤੁਸੀਂ ਠੀਕ ਹੋ ਪਰ ਕਹਿੰਦਾ ਵੀ ਸਿਰਫ ਮਾਸਕ ਹਿਲਾ ਕੇ ਹੀ ਤੁਰੇ ਰੱਖਣਾ ਉਹ ਇੱਕ ਆਪਦੇ ਆਪ ਨੂੰ ਝੂਠ ਬੋਲਣ ਵਾਲੀ ਗੱਲ ਹੈ ਠੀਕ ਹੈ ਜੀ ਗੱਲ ਪਰ ਰਿਸੋਰਟ ਟੂ ਅਦਰ ਮੈਜ਼ਰਸ ਕਹਿੰਦਾ ਇਹ ਵੀ ਜ਼ਰੂਰੀ ਨੇ ਜਿਵੇਂ ਵਾਸ਼ਿੰਗ ਹੈਂਡ cover your nose and mouth while sneezing ठीक है monitor your body temperature ठीक है जी गल ये इत्थे इन्होंने गल की है दूसरी गल जी दूसरी गल की कहते हैं जी ये सो when you should use a medical mask ठीक है apart from health care worker हुण जे तुसीं medical mask है जिहड़े वो यूज़ कर रहे हो तो देखो की है when a person develops symptom like a cough or fever ठीक है तो कदों तुसीं करना जी ये मैडिकल मास्क जो ਤੁਹਾਨੂੰ ਲੱਗੇ ਤੁਸੀਂ कफ खंघ ਜਾਂ ਜ਼ੁਕਾਮ ਤੁਹਾਨੂੰ ਹੋਇਆ ਪਿਆ ਵਾਈਲ ਵਿਜ਼ਿਟਿੰਗ ए ਹੈਲਥ ਕੇਅਰ ਫੈਸਿਲਿਟੀ ਜੇਕਰ ਤੁਸੀਂ ਹਸਪੀਟਲ ਜਾ ਰਹੇ ਹੋ ਜਾਂ ਕਿਤੇ ਬਾਹਰ ਮੈਡੀਕਲ ਦਵਾਈ ਲੈਣ ਜਾ ਰਹੇ ਹੋ ਤਾਂ ਤੁਸੀਂ ਮੈਡੀਕਲ ਮਾਸਕ ਹੈ ਜਿਹੜਾ ਪਹਿਨੋ ਟੇਕਿੰਗ ਕੇਅਰ ਆਫ ਆਲ ਇਲ ਪਰਸਨ ਦੂਜੇ ਜਿਹੜੇ ਬਿਮਾਰ ਵਿਅਕਤੀ ਨੇ ਉਹਨਾਂ ਤੋਂ ਦੂਰ ਹੋਣ ਦੇ ਲਈ ਰਹਿਣ ਦੇ ਲਈ ਮੈਡੀਕਲ ਮਾਸਕ ਪਹਿਨੋ ਇਫ ਯੂਰ ਫੈਮਿਲੀ ਮੈਂਬਰ ਇਜ਼ ਸਸਪੈਂਡਡ और एक कन्फर्म्ड केस अंडरगोइंग होम केयर जेकर ਤੁਹਾਡੇ परिवार चो ही किसी बंदे ਨੂੰ ਆਪਾਂ आइसोलेट किया होया है ਉਹਦੇ ਕੋਲੇ ਜਾਣ ਵਾਸਤੇ ਤੁਸੀਂ ਮੈਡੀਕਲ ਮਾਸਕ ਪਹਿਨੋ ਨਹੀਂ ਤੁਹਾਨੂੰ ਲੋੜ ਨਹੀਂ ਹੈਗੀ ਠੀਕ ਹੈ ਨਹੀਂ ਤੁਸੀਂ ਸਿੰਪਲ ਹੈਂਕੀ ਰੁਮਾਲ ਜਾਂ ਟਿਸ਼ੂ ਪੇਪਰ ਠੀਕ ਹੈ ਨਾ ਵੀ ਵਰਤ ਸਕਦੇ ਹੋ ਤੇ ਬਾਰ-ਬਾਰ ਤੁਸੀਂ ਜਿਹੜੇ ਹੱਥ ਹੈ ਉਹ ਧੋ ਸਕਦੇ ਹੋ ਜੀ ਠੀਕ ਹੈ ਜੀ ਗੱਲ ਜਾਂ ਸਿੰਪਲ ਜਿਹੜੇ ਮਾਸਕ ਆਉਂਦੇ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ ਹੁਣ ਅੱਗੇ ਕੀ ਲਿਖਿਆ ਜੀ ਦੇਖੋ ਇੱਧਰ ਸੱਜੇ ਪਾਸੇ हाउ कैन यूजिंग ए हैंड सैनिटाइजर हैल्प हुण सैनिटाइजर इधर गल की अपने मास्क की इधर आप गल करते हैं सैनिटाइजर की तो सैनिटाइजर वाशिंग यूर हैंड फ्रीकुएंटली इज असेंशियल ये जरूरी है जी थोड़े आपदे हथ लगातार धोंदे रहना यूज सोप एंड वाटर एटलीस्ट 20 सेकेंड फॉर मोस्ट इफेक्टिव रिजल्ट 20 ਸਕਿੰਟ ਘੱਟੋ ਘੱਟ ਆਪਦੇ ਹੱਥ ਧੋਵੋ ਜੀ ਤਰੀਕੇ ਆਪਾਂ ਨੂੰ ਬਹੁਤ ਵਾਰੀ ਦੇਖੋ ਪਹਿਲਾਂ ਕਿਤਾਬਾਂ ਵਿੱਚ ਵੀ ਠੀਕ ਹੈ ਨਾ ਹੈਲਥ ਕੇਅਰ ਟੀਚਰਸ ਆਪਾਂ ਨੂੰ ਸਿਖਾਉਂਦੇ ਰਹਿੰਦੇ ਨੇ ਠੀਕ ਹੈ ਫਿਜ਼ੀਕਲ ਟੀਚਰ ਆਪਾਂ ਨੂੰ ਸਿਖਾਉਂਦੇ ਰਹਿੰਦੇ ਨੇ ਵੀ ਆਪਾਂ ਜਿਹੜੇ ਹੱਥ ਨੇ ਉਹ ਕਿਸ ਤਰ੍ਹਾਂ ਧੋਣੇ ਨੇ ਤਾਂ 20 ਸਕਿੰਟ ਆ ਜਿਹੜੇ ਉਸੇ ਤਰੀਕੇ ਨਾਲ ਆਪਾਂ ਹੱਥ ਜਿਹੜੇ ਉਹ ਧੋਣੇ ਨੇ ਸੈਨੀਟਾਈਜ਼ਿੰਗ ਯੂਅਰ ਹੈਂਡਸ है ना ਆਪਦੇ ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੈ ਅਲਕੋਹਲ ਨਾਲ हैंड सैनिटाइजर आर टू बी यूज्ड वैन हैंड वाश नॉट पॉसीबल ठीक है जी हैंड सैनिटाइजर वरतो जेकर ਤੁਹਾਨੂੰ लगता है ਤੁਹਾਨੂੰ हैंड वाश नहीं मिल रहा एन अल्कोहल बेस्ड सैनिटाइजर विद 70% अल्कोहल कंटेंट मस्ट यूज्ड 20 सेकेंड इस तरह का सैनिटाइजर जिहदे विच 70% अल्कोहल हैगी है ਇਹਦੇ ਵਿੱਚ ਨਾ ਅੱਗੇ ਪ੍ਰੋਜੈਕਟ ਦੇ ਵਿੱਚ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਵੀ ਝੂਠ ਜਿਹੜੇ ਆਸੇ-ਪਾਸੇ ਝੂਠ ਫੈਲੇ ਹੋਏ ਨੇ ਨਾ ਵੀ ਉਹਨਾਂ ਦਾ ਵੀ ਇਹਨਾਂ ਨੇ ਇਲਾਜ ਦੱਸਿਆ ਵੀ ਲੋਕ ਕਹਿੰਦੇ ਆ ਵੀ ਕਿ ਸ਼ਰਾਬ ਪੀਣ ਨਾਲ ਠੀਕ ਹੋ ਜਾਂਦਾ ਜੀ ਸ਼ਰਾਬ ਵਾਲੇ ਨੂੰ ਹੁੰਦਾ ਹੀ ਨਹੀਂ ਹੈਗਾ ਇਹ ਸਭ ਵਹਿਮ ਬਣਾਏ ਹੋਏ ਨੇ ਕਹਿੰਦੇ ਜੀ ਇਹ ਵਧੀਆ ਇਹਨਾਂ ਨੇ ਅੱਗੇ ਪ੍ਰੋਜੈਕਟ ਬਣਾਏ ਹੋਏ ਨੇ ਆਪਾਂ ਉਹਨਾਂ ਤੇ ਵੀ ਆਵਾਂਗੇ ਠੀਕ ਹੈ ਜੀ ਤਾਂ ਇਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਮਾਸਕ ਤੇ ਕਿਸ ਤਰ੍ਹਾਂ ਸੈਨੀਟਾਈਜ਼ਰ ਹੈ ਜਿਹੜੇ ਆਪਾਂ ਉਹ ਵਰਤ ਸਕਦੇ ਹਾਂ ਅੱਗੇ ਚੱਲਦੇ ਹਾਂ ਜੀ ਫ੍ਰੀਕੁਐਂਟਲੀ ਆਸਕਡ ਕੁਐਸਚਨ ਜਿਹੜੇ ਕੁਐਸਚਨ ਮੇਨਲੀ ਪੁੱਛੇ ਜਾਂਦੇ ਨੇ ਆਰ ਵੀ ਵੈਲ ਇਕੁਇਪਡ ਟੂ ਡੀਲ ਵਿਦ ਵਾਇਰਸ
ਕੀ ਕਹਿੰਦਾ ਵੀ ਜਿਹੜਾ ਆਪਾਂ ਇਕਵਿਪਮੈਂਟ ਹੁੰਦਾ ਤਿਆਰ ਰਹਿਣਾ, ਮਤਲਬ ਹਥਿਆਰਾਂ ਨਾਲ ਤਿਆਰ ਰਹਿਣਾ। ਵੀ ਕਹਿੰਦਾ ਕੀ ਆਪਾਂ ਤਿਆਰ ਆਂਗੇ ਇਸ ਵਾਇਰਸ ਨਾਲ ਮਤਲਬ ਲੜਨ ਵਾਸਤੇ। ਤਾਂ ਇਹਨਾਂ ਨੇ ਕੀ ਕਿਹਾ ਜੀ, ਦ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਹੈਜ਼ ਟੇਕਨ ਐਡੀਕਿਊਟ ਸਟੈਪਸ। ਜਿਹੜੀ ਇਸ ਮਤਲਬ ਬਿਮਾਰੀਆਂ ਨਾਲ ਜੁੜੀ ਮਿਨਿਸਟਰੀ ਆ ਆਪਣੀ ਹੈਲਥ ਅਤੇ ਫੈਮਿਲੀ ਵੈਲਫੇਅਰ ਦੀ, ਕਹਿੰਦੇ ਜੀ ਉਹ ਐਡੀਕਿਊਟ ਮਹੱਤਵਪੂਰਨ ਸਟੈਪ ਲੈ ਰਹੀ ਹੈ ਇਨ ਦਿਸ ਡਾਇਰੈਕਸ਼ਨ ਟੂ ਐਕਿਊਪ ਦਾ ਡਿਜ਼ਾਈਨੇਟਡ ਹੈਲਥ ਕੇਅਰ ਫੈਸਿਲਿਟੀਜ਼ ਟੂ ਟੇਕ ਕੇਅਰ ਆਫ ਇਨਫੈਕਟਡ ਕਰੋਨਾ ਵਾਇਰਸ। ਠੀਕ ਹੈ ਜੀ, ਤਾਂ ਮਤਲਬ ਤਿਆਰੀ ਉਹਨਾਂ ਦੀ ਹੈ ਡਿਜ਼ਾਈਨੇਟਡ ਹੈਲਥ ਕੇਅਰ ਫੈਸਿਲਿਟੀ। ਮਤਲਬ ਤੁਸੀਂ ਦੇਖਿਆ ਹੋਊਗਾ ਥਾਂ ਥਾਂ ਤੇ ਇੱਕ ਟ੍ਰੇਨ ਵੀ ਚੱਲੀ ਸੀ ਜਿਹਦਾ ਨਾਲ ਜੀਵਨ ਰੱਖਿਆ ਗਿਆ ਸੀ, ਮਤਲਬ ਇੱਕ ਉਹ ਪੂਰਾ ਬੈੱਡ ਸਿਸਟਮ ਬਣਾਤਾ ਸੀ। ਕਹਿੰਦਾ ਮਤਲਬ ਮਿਨਿਸਟਰੀ ਹੈ ਜਿਹੜੀ ਉਹ ਪੂਰਾ ਮਤਲਬ ਤਿਆਰ ਹੈ ਇਸ ਵਾਇਰਸ ਨਾਲ ਬਿਮਾਰੀ ਨਾਲ ਲੜਨ ਵਾਸਤੇ। ਦ ਰੀਵਲੈਂਟ ਸੌਪਸ ਫॉर ਆਈਸੋਲੇਟਡ ਐਂਡ ਹੋਮ ਕੁਆਰੰਟਾਈਨ ਸੈਂਪਲ ਟੈਸਟਿੰਗ ਲੈਬੋਰਟਰੀ ਫੈਸਿਲਿਟੀ ਐਂਡ ਡਿਸਚਾਰਜ ਆਫ ਐਡਮਿਟ ਪੇਸ਼ੈਂਟ ਆਰ ਵੈਲ ਅਵੇਲੇਬਲ ਇਨ ਪਬਲਿਕ ਡੋਮੇਨ ਔਨ ਦਾ ਵੈਬਸਾਈਟ ਆਫ ਮਿਨਿਸਟਰੀ। ਇਹ ਸਾਰਾ ਕੁਛ ਜੀ ਕਿਵੇਂ ਮਤਲਬ ਟੈਸਟਿੰਗ ਬਾਰੇ, ਲੈਬੋਰਟਰੀ ਫੈਸਿਲਿਟੀਆਂ ਬਾਰੇ ਜਾਂ ਪੇਸ਼ੈਂਟਸ ਕਿੱਥੇ ਐਡਮਿਟ ਹੁੰਦੇ ਆ, ਇਹ ਕਹਿੰਦਾ ਜੀ ਇਹਨਾਂ ਨੇ ਆਪਦੀ ਵੈਬਸਾਈਟ ਦੇ ਉੱਤੇ ਸਾਰਾ ਇਹ ਐਕਸਪਲੇਨ ਕੀਤਾ ਹੋਇਆ ਜੀ। ਠੀਕ ਹੈ ਜੀ ਗੱਲ ਅੱਗੇ, ਡਸ ਦਾ ਡਿਸੀਜ਼ ਸਪਰੈਡ ਥਰੂ ਫੂਡ ਸਪੈਸ਼ਲੀ ਈਟ ਚਿਕਨ ਐਗ ਐਂਡ ਮੀਟ। ਹੁਣ ਦੇਖੋ ਜੀ ਬਹੁਤ ਸਾਰੇ ਨੌਨ ਵੈਜ ਖਾਣ ਵਾਲੇ ਜਿਹੜੇ ਹੁੰਦੇ ਆ ਉਹ ਪੁੱਛਦੇ ਆ ਵੀ ਕੀ ਚਿਕਨ ਨਾਲ, ਅੰਡਿਆਂ ਨਾਲ ਜਾਂ ਮੀਟ ਨਾਲ ਵੀ ਇਹ ਬਿਮਾਰੀ ਫੈਲਦੀ ਹੈ। ਤਾਂ ਦੇਖੋ ਇਹਨਾਂ ਨੇ ਇਹਦਾ ਕੀ ਉੱਤਰ ਦਿੱਤਾ ਜੀ, ਦੇਰ ਇਜ਼ ਨੋ ਕਨਕਲੂਜਨ ਐਵੀਡੈਂਸ ਦੈਟ ਪ੍ਰੋਪਰਲੀ ਕੁਕਡ ਫੂਡ ਟਰਾਂਸਮਿਟ ਦਾ ਡਿਸੀਜ਼ਸ। ਕਹਿੰਦਾ ਨੋ ਕਨਕਲੂਜਨ ਐਵੀਡੈਂਸ, ਕੋਈ ਸਬੂਤ ਅਜੇ ਤੱਕ ਨਹੀਂ ਮਿਲਿਆ ਜੀ ਵੀ ਇਹਨਾਂ ਰਾਹੀਂ ਇਹ ਜਿਹੜੀ ਬਿਮਾਰੀ ਹੈ ਫੈਲਦੀ ਹੈ। ਠੀਕ ਹੈ ਜੀ, ਤਾਂ ਇਸ ਨੂੰ ਇਹ ਨਹੀਂ ਕਹਿੰਦੇ ਵੀ ਇਸ ਰਾਹੀਂ ਇਹ ਬਿਮਾਰੀ ਹੈ ਜਿਹੜੀ ਫੈਲਦੀ ਹੈ। ਦਸ ਦਾ ਡਿਸੀਜ਼ ਸਪਰੈਡ ਥਰੂ ਪੈਟਸ। ਕੀ ਕਹਿੰਦਾ ਜਿਹੜੇ ਘਰੇ ਜਾਨਵਰ ਪਾਲੇ ਹੋਏ ਨੇ, ਕਿਸੇ ਨੇ ਪੰਛੀ ਪਾਲੇ ਹੋਏ ਨੇ, ਕਿਸੇ ਨੇ ਕੁੱਤੇ ਬਿੱਲੀਆਂ ਰੱਖੇ ਹੋਏ ਨੇ, ਕਿ ਉਹਨਾਂ ਦੇ ਰਾਹੀਂ ਇਹ ਬਿਮਾਰੀ ਫੈਲਦੀ ਹੈ। ਦਾ ਟਰਾਂਸਮਿਸ਼ਨ ਆਫ ਡਿਸੀਜ਼ਸ ਹੈਜ਼ ਨੋਟ ਬੀਨ ਸੀਨ ਥਰੂ ਪੈਟਸ। ਕਹਿੰਦਾ ਅਜੇ ਤੱਕ ਇਹੋ ਜਿਹਾ ਕੋਈ ਕੇਸ ਨਹੀਂ ਮਿਲਿਆ ਜੀ ਜਿਹਦੇ ਵਿੱਚ ਇਹ ਬਿਮਾਰੀ ਹੈ ਜਿਹੜੀ ਉਹ ਇਹਨਾਂ ਦੇ ਰਾਹੀਂ ਯਾਨੀ ਕਿ ਪੈਟਸ ਦੇ ਰਾਹੀਂ ਹੈ ਜਿਹੜੀ ਉਹ ਬਿਮਾਰੀ ਫੈਲਦੀ ਹੋਵੇ ਜੀ। ਠੀਕ ਹੈ, ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਕੀ ਹੈ ਦੇਖੋ, ਡਸ ਦਾ ਡੈਡ ਬੋਡੀ ਆਫ ਏ ਪਰਸਨ ਇਨਫੈਕਟਡ ਵਿਦ ਕਰੋਨਾ ਵਾਇਰਸ ਟਰਾਂਸਮਿਟ ਦਾ ਇਨਫੈਕਸ਼ਨ। ਕੀ ਕਹਿੰਦਾ ਵੀ ਜਿਹੜਾ ਵਿਅਕਤੀ ਮਰ ਗਿਆ ਕਰੋਨਾ ਵਾਇਰਸ ਨਾਲ, ਕਿ ਉਹਦੀ ਜਿਹੜੀ ਡੈਡ ਬੋਡੀ ਹੈ, ਠੀਕ ਹੈ ਨਾ, ਕਿ ਉਹਦੇ ਰਾਹੀਂ ਕਰੋਨਾ ਫੈਲ ਸਕਦਾ ਹੈ। ਦ ਡੈਡ ਬੋਡੀ ਆਫ ਏ ਪਰਸਨ ਇਨਫੈਕਟਡ ਵਿਦ ਕਰੋਨਾ ਹੈਜ਼ ਟੂ ਡਿਲਟ ਐਜ਼ ਪਰ ਦਾ ਗਵਰਨਮੈਂਟ ਗਾਈਡਲਾਈਨਸ। ਠੀਕ ਹੈ ਜੀ, ਉਹ ਕਹਿੰਦੇ ਵੀ ਜੇਕਰ ਕੋਈ ਹੈ ਤਾਂ ਉਹ ਉਸ ਨੂੰ ਜੇਕਰ ਡਿਸਪੋਜ਼ ਆਫ ਕੀਤਾ ਜਾਂਦਾ ਹੈ ਤਾਂ ਉਹ ਗਵਰਨਮੈਂਟ ਦੀਆਂ ਹਦਾਇਤਾਂ ਗਾਈਡਲਾਈਨਸ ਦੇ ਅਕੋਰਡਿੰਗ ਹੀ ਹੈ ਜਿਹੜਾ ਕੀਤਾ ਜਾਂਦਾ। ਤੁਸੀਂ ਦੇਖਿਆ ਹੋਊਗਾ ਕਈ ਵਿਅਕਤੀ ਮਰੇ ਨੇ, ਠੀਕ ਹੈ ਨਾ, ਉਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਪੁਲਿਸ ਫੋਰਸ ਡਾਕਟਰਸ ਦੀ ਟੀਮ ਉੱਥੇ ਹੁੰਦੀ ਹੈ ਜਿਹੜੀ ਉਹਨਾਂ ਨੂੰ ਕੀ ਕਰਦੀ ਹੈ, ਠੀਕ ਹੈ ਨਾ, ਮਤਲਬ ਇੱਕ ਤਰ੍ਹਾਂ ਦਾ ਹੈ ਨਾ ਉਹ ਡੈਡ ਬੋਡੀ ਨੂੰ ਉਹ ਜਲਾਉਂਦੀ ਹੈ ਜਿਹਦੇ ਵਿੱਚ ਉਹ ਮਤਲਬ ਕਰੋਨਾ ਜਿਹੜਾ ਨਾ ਫੈਲੇ। ਅੱਗੇ ਜੀ ਇਹਨਾਂ ਨੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ, ਤਾਂ ਹੈਲਪਲਾਈਨ ਨੰਬਰਸ ਟੂ ਬੀ ਕੰਟਰੈਕਟਡ ਇਨ ਕੇਸ ਆਫ ਨੀਡ। ਦਾ ਹੈਲਪਲਾਈਨ ਨੰਬਰ ਆਫ ਕਰੋਨਾ ਵਾਇਰਸ ਇਜ਼, ਠੀਕ ਹੈ ਨਾ, 91 ਆਪਣਾ ਇੰਡੀਆ ਦਾ ਕੋਡ ਹੈ ਜੀ, ਠੀਕ ਹੈ ਨਾ, 11 23 97 80 46 ਪਹਿਲਾਂ ਵੀ ਆਇਆ ਸੀ ਜੀ ਇਹ ਨੰਬਰ, ਟੋਲ ਫਰੀ 1075। ਤਾਂ ਥੱਲੇ ਇਹਨਾਂ ਦੀ ਵੈਬਸਾਈਟ ਦਿੱਤੀ ਹੋਈ ਹੈ ਜੀ, ਇਹ ਵੀ ਆਪਾਂ ਦੇਖ ਸਕਦੇ ਹਾਂ। ਤਾਂ ਮੈਨੂੰ ਦੇਖੋ ਦੋਸਤੋ ਇਹ ਬਹੁਤ ਵਧੀਆ ਲੱਗੀ, ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਮੈਨੂੰ ਦੱਸਿਓ ਜੀ। ਤਾਂ ਦੇਖੋ ਜਦੋਂ ਤੁਸੀਂ ਅੱਗੇ ਦੇਖੋਗੇ ਨਾ ਗਾਹਾਂ ਦੀ ਗਾਹਾਂ ਇਹ ਆਪਣੇ ਆਪ ਹੀ ਅੱਗੇ ਚੱਲਦੀਆਂ ਰਹਿਣਗੀਆਂ। ਹੁਣ ਅੱਗੇ ਚੱਲਦੇ ਹਾਂ ਜੀ ਆਪਾਂ, ਆਹ ਦੇਖੋ ਅੱਗੇ ਆ ਜਾਊਗਾ ਨੈਕਸਟ ਤੇ। ਤਾਂ ਨੈਕਸਟ ਵੀਡੀਓ ਜਿਹੜੀ ਉਹ ਖੁੱਲੂਗੀ ਉਹ ਆਪਾਂ ਨੂੰ ਦੱਸਦੀ ਹੈ, ਠੀਕ ਹੈ ਨਾ, ਇਨਫੋਰਮੇਸ਼ਨ। ਤਾਂ ਇੰਟਰੋਡਕਸ਼ਨ ਟੂ ਕੋਵਿਡ-19, ਤਾਂ ਉਹ ਇੰਟਰੋਡਕਸ਼ਨ ਦੱਸਦੀ ਹੈ ਜੀ ਕੋਵਿਡ-19 ਦੀ। ਠੀਕ ਹੈ ਜੀ ਗੱਲ, ਤਾਂ ਇਸ ਦੇ ਵਿੱਚ ਕੀ ਲਿਖਿਆ ਜੀ ਦੇਖੋ, ਗਵਰਨਮੈਂਟ ਆਫ ਇੰਡੀਆ ਇਜ਼ ਟੇਕਿੰਗ necessary step to ensure that we are prepared well to face the challenge and threat posed by growing pandemic of COVID-19 ਦਾ ਕਰੋਨਾ ਵਾਇਰਸ। ਯਾਨੀ ਕਿ ਜਿਹੜੀ ਭਾਰਤ ਸਰਕਾਰ ਹੈ ਜੀ, ਠੀਕ ਹੈ ਨਾ, ਉਹ ਸਾਰੇ ਜਿਹੜੇ ਨੈਸੈਸਰੀ ਸਟੈਪ ਹੈ ਉਹ ਲੈ ਰਹੀ ਹੈ, ਠੀਕ
ठीक है ना, उस चैलेंज इस चैलेंज ਨੂੰ ਫੇਸ ਕਰਨ ਵਾਸਤੇ ਕੋਵਿਡ-19 ਦੇ ਚੈलेंज ਨੂੰ ਫੇਸ ਕਰਨ ਵਾਸਤੇ ਵਿਦ ਐਕਟਿਵ ਸਪੋਰਟ ਆਫ ਦਾ ਪੀਪਲ ਆਫ ਇੰਡੀਆ ਵੀ ਹੈਵ ਬੀਨ ਏਬਲ ਟੂ ਕੰਟੇਨ ਦਾ ਸਪਰੈਡ ਆਫ ਵਾਇਰਸ ਇਨ ਆਵਰ ਕੰਟਰੀ। ਕਹਿੰਦੇ ਜਿਹੜੇ ਆਪਣੇ ਦੇਸ਼ ਦੇ ਐਕਟਿਵ ਲੋਕ ਨੇ, ਜਿਹੜੇ ਐਕਟਿਵ ਸਪੋਰਟ ਆਫ ਦਾ ਪੀਪਲ ਲੋਕ ਜਿਹੜੇ ਹੈਲਪ ਕਰ ਰਹੇ ਨੇ ਸਰਕਾਰਾਂ ਦੀਆਂ, ਠੀਕ ਹੈ ਜੀ, ਜਾਂ ਖੁੱਲੇ ਪੱਧਰ ਤੇ ਆਪ ਸੇਵਾ ਕਰ ਰਹੇ ਨੇ, ਤਾਂ ਉਹ ਹੈ ਜਿਹੜੇ ਉਹਨਾਂ ਦੀ ਹੈਲਪ ਦੇ ਨਾਲ ਵੀ कहना इंडिया जोड़ा है वो इस वायरस को खत्म कर देगा जी। द मोस्ट इंपॉर्टेंट फैक्टर इन प्रिवेंटिंग द स्प्रैड ऑफ वायरस इज लोकली टू empower the citizens with the right information and taking precautions as per the advisor being issued by Ministry of Health and Welfare। ये सब तो वधिया गल भी ਜਿਹੜੀਆਂ मेन ਭਾਰਤੀਆਂ ਨੂੰ ਸਿਟੀਜ਼ਨਸ ਨੂੰ ਜਿਹੜੀ ਰਾਈਟ ਇਨਫੋਰਮੇਸ਼ਨ ਪਹੁੰਚਾਉਣੀ ਹੈ, ਜਿਹੜੀਆਂ ਸਾਵਧਾਨੀਆਂ ਉਹਨਾਂ ਨੇ ਵਰਤਣੀਆਂ ਨੇ, ਉਹ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਹੈ ਜਿਹੜੀ ਉਹ ਕਰ ਰਹੀ ਹੈ, ਠੀਕ ਹੈ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਸਿੱਖਿਆ ਵਿਭਾਗ ਵੀ ਕਰ ਰਿਹਾ ਹੈ, ਠੀਕ ਹੈ ਜੀ। ਤਾਂ ਉਸ ਦੇ ਵਿੱਚ ਇਸ ਦੇ ਵਿੱਚ ਇਹ ਜਿਹੜਾ ਹੈ ਵੀਡੀਓ ਵਿੱਚ ਆਪਾਂ ਨੂੰ ਇਹਨਾਂ ਨੇ ਇਹ ਲਿਖਿਆ ਹੋਇਆ ਜੀ, ਠੀਕ ਹੈ ਜੀ ਗੱਲ। ਤਾਂ ਅੱਗੇ ਚੱਲਦੇ ਹਾਂ, ਦੇਖੋ ਇਦੋਂ ਅੱਗੇ ਆਪਣੇ ਕੋਲੇ ਆਉਂਦੇ ਆ ਮਿਥ, ਖੁੱਲਦਾ ਜੀ ਇਹ, ਇਦੋਂ ਅੱਗੇ ਆਪਣੇ ਕੋਲੇ ਆ ਗਏ ਜੀ ਮਿਥ। ਇਹ ਬਹੁਤ ਹੀ ਇੰਪੋਰਟੈਂਟ ਮੈਨੂੰ ਲੱਗਿਆ ਸੀਗਾ ਜੀ ਇਹ ਟੌਪਿਕ, ਠੀਕ ਹੈ। ਤਾਂ ਇਸ ਦੇ ਵਿੱਚ ਆ ਗਏ ਜੀ ਆਪਣੇ ਕੋਲੇ ਮਿਥ। ਮਿਥ ਆਪਾਂ ਪਹਿਲਾਂ ਵੀ ਕਰਕੇ ਹਟਿਆ। ਮਿਥ ਕੀ ਹੁੰਦੇ ਨੇ ਜੀ? ਝੂਠ, ਜਿਹੜੇ ਕਰੋਨਾ ਵਾਇਰਸ ਨਾਲ ਝੂਠ ਹੈ ਜਿਹੜੇ ਉਹ ਫੈਲੇ ਹੋਏ ਹੈ। ਤਾਂ ਉਸ ਦੀ ਜਿਹੜੀ ਆਪਾਂ ਗੱਲ ਹੈ ਉਹ ਆਪਾਂ ਹੁਣ ਦੂਜੀ ਵੀਡੀਓ ਵਿੱਚ ਕਰਾਂਗੇ ਜੀ। ਉਮੀਦ ਹੈ ਮੈਨੂੰ ਤੁਹਾਨੂੰ ਇਹ ਦੋ ਜਿਹੜੇ ਲੈਸਨ ਹੈ ਸਮਝ ਆ ਗਏ ਹੋਣਗੇ। ਇਹ ਤੀਜਾ ਲੈਸਨ ਹੈ, ਇਹ ਆਪਾਂ ਹੈ ਜਿਹੜਾ ਉਸ ਇਹ ਵੀ ਵਧੀਆ ਇਹਨਾਂ ਨੇ ਝੂਠ ਦੱਸੇ ਹੋਏ ਨੇ ਜਿਹੜੇ ਫੈਲੇ ਹੋਏ ਨੇ। ਤਾਂ ਇਸ ਦੀ ਵੀਡੀਓ ਦੀ ਗੱਲ ਆਪਾਂ ਦੂਜੀ ਵੀਡੀਓ 'ਚ ਕਰਾਂਗੇ ਜੀ। ਥੈਂਕ ਯੂ।